ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਕੇਸੀ ਸਿੰਘ, ਸਾਬਕਾ ਰਾਜਦੂਤ ਭਾਰਤ ਸਰਕਾਰ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਕੈਪਟਨ ਅਮਰਿੰਦਰ ਸਿੰਘ ਆਖਦੇ ਆ ਕਿ ਮੈਂ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੋਵਾਂਗਾ ਜਿੰਨੀ ਦੇਰ ਤੱਕ ਮੈਂ ਆਪਣੇ ਲੋਕਾਂ ਔਰ ਆਪਣੇ ਸੂਬੇ ਦੇ ਹਿੱਤ ਸੁਰੱਖਿਅਤ ਨਹੀਂ ਕਰ ਲੈਂਦਾ। ਇੱਕ ਸਹਿਜ ਦਿਸਦਾ ਵਰਤਾਰਾ ਜਿਹਦੇ ਵਿੱਚ ਕੈਪਟਨ ਬੀਜੇਪੀ ਨਾਲ ਜਾਣ ਦਾ ਐਲਾਨ ਕਰ ਰਹੇ ਆ। ਉਹਨਾਂ ਦੇ ਨਾਲ ਅਕਾਲੀ ਦਲ ਚੋਂ ਨਿਕਲੇ ਸੁਖਦੇਵ ਸਿੰਘ ਢੀਂਡਸਾ, ਸਰਦਾਰ ਅਵਿੰਦਰ ਸਿੰਘ ਤੇ ਹੋਰ ਬਹੁਤ ਸਾਰੀਆਂ ਕਿਆਸ ਰਾਈਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਚੌਥਾ ਫਰੰਟ ਕਾਇਮ ਕਰ ਦੇਣਗੇ। ਸਭ ਤੋਂ ਵੱਡਾ ਸਵਾਲ ਹੈ ਕਿ ਉਹ ਕਿਸਾਨੀ ਮਾਮਲਿਆਂ ਦੀ ਹੱਲ ਕਰਨ ਦੀ ਗੱਲ ਵੀ ਕਰ ਰਹੇ ਆ ਔਰ ਉਹ ਬੇਅਦਬੀ ਮਾਮਲਿਆਂ ਦੇ ਉੱਤੇ ਵੀ ਚਰਚਾ ਛੇੜ ਰਹੇ ਆ, ਨਿਹੰਗ ਸਿੰਘਾਂ ਤੇ ਟਿੱਪਣੀ ਕੱਸ ਰਹੇ ਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਅਤੀਤ ਵਿੱਚ ਬੜੀਆਂ ਸਟੀਕ ਟਿੱਪਣੀਆਂ ਕਰਦੇ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਪੋਲਿਟਿਕਸ ਤੇ, ਕੀ ਕੈਪਟਨ ਅਮਰਿੰਦਰ ਸਿੰਘ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਣ ਦੇ ਸਮਰੱਥ ਨੇ? ਕਿ ਇਸ ਦੌਰ ਵਿੱਚ ਜਿਹਦੇ ਵਿੱਚ ਉਹਨਾਂ ਨੂੰ ਅਸਫਲਤਾ ਦਾ ਟੈਗ ਲਾ ਕੇ ਲਾਂਭੇ ਕਰਤਾ ਗਿਆ, ਮੁੜ ਕੇ ਸਫਲ ਹੋਣ ਦੀ ਗੁੰਜਾਇਸ਼ ਬਚਦੀ ਆ? ਉਹਨਾਂ ਦੇ 4.5 ਸਾਲ ਦੇ ਰਾਜ ਨੂੰ ਧਿਆਨ 'ਚ ਰੱਖਦਿਆਂ ਕੋਈ ਨਵੇਂ ਕ੍ਰਿਸ਼ਮੇ ਦੀ ਗੱਲ ਹੋ ਸਕਦੀ ਆ, ਜਾਂ ਇੱਕ ਮਹਿਜ ਸਿਆਸਤ, ਜਾਂ ਬੀਜੇਪੀ ਨਾਲ ਰਲ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਇਨਿੰਗ ਜਿਹੜੀ ਬੀਜੇਪੀ ਅਕਸਰ ਸਟੇਟਾਂ ਦੇ ਵਿੱਚ ਖੇਡਦੀ ਹੈ? ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਤੁਸੀਂ ਸਵਾਲ ਬਿਲਕੁਲ ਠੀਕ ਪੁੱਛੇ ਨੇ। ਪਹਿਲੇ ਹੀ ਗੱਲ ਤਾਂ ਇਹ ਕਿ ਇਹਦੇ 'ਚ ਕੋਈ ਆਸ਼ਚर्य ਦੀ ਗੱਲ ਨਹੀਂ ਹੈ ਕਿ ਕੈਪਟਨ ਸਾਹਿਬ ਨੇ ਜਾ ਕੇ ਹੱਥ ਮਿਲਾ ਲਿਆ ਬੀਜੇਪੀ ਨਾਲ। ਮੈਂ ਤੁਹਾਡੇ ਵੀ ਪਿਛਲੇ ਕਈ ਪ੍ਰੋਗਰਾਮਾਂ ਤੇ ਕਿਹਾ ਕਿ ਇਹ ਬਹੁਤ ਟਾਈਮ ਦੀ ਉਹਨਾਂ ਦੀ ਸੁਰ ਦੇ ਵਿੱਚ ਸੁਰ ਮਿਲਾ ਰਹੇ ਸੀਗੇ। ਇਹ ਸਿਰਫ ਦੇਖਣਾ ਇਹ ਸੀ ਕਿ ਕਦ ਤੇ ਕਿਵੇਂ ਕਰਨਗੇ। ਹੁਣ ਉਹ ਗੱਲ ਸਾਹਮਣੇ ਆ ਗਈ। ਉਹਨਾਂ ਨੇ ਕਿਹਾ ਹੈ ਕਿ ਮੈਂ ਅਲੱਗ ਪਾਰਟੀ ਬਣਾਉਣੀ ਹੈ। ਉਹ ਪਹਿਲਾਂ ਵੀ ਕਹਿ ਚੁੱਕੇ ਸੀ ਮੈਂ ਕਾਂਗਰਸ ਨੂੰ ਛੱਡ ਰਿਹਾ, ਪਰ ਮੈਂ ਬੀਜੇਪੀ 'ਚ ਨਹੀਂ ਜਾ ਰਿਹਾ। ਸੋ ਅਲੱਗ ਬਣਾਉਣ ਦਾ ਤਾਂ ਜ਼ਾਹਿਰ ਹੀ ਸੀ। ਦੂਸਰਾ, ਉਹ ਕਹਿ ਰਹੇ ਨੇ ਕਿ ਉਹ ਤਦ ਅਸੀਂ ਉਹਦੇ ਨਾਲ ਪ੍ਰੀ ਪੋਲ ਅਲਾਇੰਸ ਗੱਠਜੋੜ ਕਰਾਂਗੇ ਬੀਜੇਪੀ ਨਾਲ ਇਲੈਕਸ਼ਨਾਂ ਤੋਂ ਪਹਿਲਾਂ, ਜੋ ਅਕਾਲੀ ਦਲ ਦਾ ਜਿਵੇਂ ਹੁੰਦਾ ਸੀ, ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਜਗ੍ਹਾ ਲੈਣਾ ਚਾਹੁੰਦੇ ਆ। ਔਰ ਤੀਜੀ ਗੱਲ ਉਹਨਾਂ ਨੇ ਕਿਹਾ ਇਹ ਤਦ ਹੋਏਗਾ ਜੇ ਕਿਸਾਨ ਅੰਦੋਲਨ ਦਾ ਹੱਲ ਨਿਕਲ ਆਏਗਾ, ਜਿਹੜਾ ਕਿ ਜਿਸ ਤਰੀਕੇ ਨਾਲ ਉਹ ਚਾਹੁੰਦੇ ਨੇ। ਹੁਣ ਪਹਿਲੀ ਗੱਲ ਤਾਂ ਤੁਸੀਂ ਠੀਕ ਕਿਹਾ ਕਿ ਚਲੋ ਕੈਪਟਨ ਸਾਹਿਬ ਦੁਬਾਰਾ ਚੀਫ ਮਿਨਿਸਟਰ ਬਣ ਜਾਂਦੇ ਨੇ, ਤਾਂ ਕੀ ਉਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਜਿਹਦੇ ਮੁਤਾਬਕ ਅਸੀਂ ਸਮਝੀਏ ਕਿ ਜਾਂ ਤਾਂ ਇਹ ਹੋਵੇ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਉਹਨਾਂ ਦੇ ਹੱਥ ਬੰਨੇ ਹੋਏ ਸੀ, ਹੱਥਕੜੀਆਂ ਲੱਗੀਆਂ ਹੋਈਆਂ ਸੀ, ਇਹਨਾਂ ਦਾ ਹੱਥ ਚੱਲ ਨਹੀਂ ਸੀ ਸਕਦਾ। ਇਹ ਨਾ ਤਾਂ ਉਦੋਂ ਲੋਕਾਂ ਨੂੰ ਮਿਲਦੇ ਸੀ, ਨਾ ਆਪਣੇ ਐਮਐਲਏਆਂ ਨੂੰ ਮਿਲਦੇ ਸੀ, ਨਾ ਇਹ ਦਫ਼ਤਰ ਜਾਂਦੇ ਸੀ। ਇਹਨਾਂ ਨੇ ਦਫ਼ਤਰਸ਼ਾਹੀ ਦੇ ਮੁਤਾਬਕ ਸਰਕਾਰ ਚਲਾਈ ਹੈ ਕਿ ਇੱਕ ਦੋ ਅਫਸਰਾਂ ਤੇ ਛੱਡਿਆ ਹੋਇਆ ਸੀ, ਐਮਐਲਏ ਵੀ ਉਹਨਾਂ ਨੂੰ ਮਿਲਣ। ਇਸੇ ਕਰਕੇ ਇਹਨਾਂ ਦੇ ਨਾਲੋਂ ਐਮਐਲਏ ਟੁੱਟ ਗਏ, ਉਹ ਵੀ ਐਮਐਲਏ ਜਿਹੜੇ ਇਹਨਾਂ ਦੇ ਖਾਸ ਸੀਗੇ। ਜਿਹੜੀ ਤਾਂ ਹੀ ਇਹਨਾਂ ਨੂੰ ਗਲਤੀ ਲੱਗੀ, ਇਹਨਾਂ ਨੂੰ ਇੰਨਾ ਵੱਡਾ ਧੱਕਾ ਲੱਗਿਆ ਕਿਉਂਕਿ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਉਹ ਬੰਦੇ ਵੀ ਇਹਨਾਂ ਨੂੰ ਛੱਡ ਜਾਣਗੇ ਜਿਹੜੇ ਇਹਨਾਂ ਦੇ ਹਮੇਸ਼ਾ ਇਹਨਾਂ ਦੇ ਬਣਾਏ ਹੋਏ ਇਹਨਾਂ ਦੇ ਨਾਲ ਖੜੇ ਸੀ। ਉਹ ਇਸ ਲਈ ਛੱਡ ਗਏ ਕਿਉਂਕਿ ਉਹ ਬੰਦਾ ਇਹਨੇ ਦੇਖਿਆ ਜਦ ਇਲੈਕਸ਼ਨ ਨੇੜੇ ਆ ਗਈ, ਉਹ ਕੀ ਸਵਾਲਾਂ ਦੇ ਜਵਾਬ ਦੇਣਗੇ ਜਦ ਪਿੰਡਾਂ 'ਚ ਜਾਣਗੇ। ਕਿ ਭਾਵੇਂ ਉਹ ਬੇਅਦਬੀ ਦਾ ਮੁੱਦਾ ਹੋਵੇ, ਭਾਵੇਂ ਉਹ ਰੇਤੇ ਤੇ ਸ਼ਰਾਬ ਦੇ ਵਿੱਚੋਂ ਰੈਵਨਿਊ ਚੋਰੀ ਕਰਨ ਦਾ ਮੁੱਦਾ ਹੋਵੇ, ਭਾਵੇਂ ਉਹ ਲਾਅ ਐਂਡ ਆਰਡਰ ਦਾ ਮੁੱਦਾ ਹੋਵੇ, ਭਾਵੇਂ ਉਹ ਨਸ਼ਿਆਂ ਦਾ ਮੁੱਦਾ ਹੋਵੇ, ਕੀ ਜਵਾਬ ਦੇਣਗੇ? ਜਵਾਬ ਉਹਨਾਂ ਕੋਲ ਕੋਈ ਸੀ ਨਹੀਂ। ਔਰ ਜਦ ਹਾਈ ਕੋਰਟ ਨੇ ਇਹਨਾਂ ਦੀ ਜੋ SIT ਦੀ ਰਿਪੋਰਟ ਸੀ ਉਹ ਭਗਾ ਕੇ ਬਾਹਰ ਮਾਰੀ, ਉਹਦੇ ਬਾਅਦ ਤਾਂ ਫਿਰ ਇੱਕਦਮ ਉਬਾਲ ਉੱਠ ਖੜਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੰਮ ਹੀ ਕੱਖ ਨਹੀਂ ਕੀਤਾ, ਇਹਨਾਂ ਨੇ ਇਨਕੁਆਇਰੀਆਂ ਠੀਕ ਨਹੀਂ ਕਰਾਈਆਂ। ਹੁਣ ਭਾਵੇਂ ਤੁਸੀਂ ਗਲਤੀਆਂ ਹੋਰਾਂ ਦੀਆਂ ਕੱਢੀ ਜਾਓ, ਜੇ ਤੁਸੀਂ ਚੀਫ ਮਿਨਿਸਟਰ ਹੋ, ਤੁਹਾਡੇ ਕੋਲ ਐਡਵੋਕੇਟ ਜਨਰਲ ਤੁਸੀਂ ਲਾਇਆ ਹੋਇਆ, ਜੇ ਉਹਨੂੰ ਪਤਾ ਹੀ ਨਹੀਂ ਉਹਦੇ ਥੱਲੇ ਕੀ ਹੋ ਰਿਹਾ, ਜਾ ਕੇ ਤੁਸੀਂ ਇੱਕ ਰਿਪੋਰਟ ਕਰ ਦਿਓ ਜਿਹੜੀ ਕਿ ਹਾਈ ਕੋਰਟ ਐਵੇਂ ਤਾਂ ਨਹੀਂ ਨਾ ਬਾਹਰ ਸਿੱਟ ਸਕਦੀ। ਜੇ ਹਾਈ ਕੋਰਟ 'ਚ ਚਲੋ ਕੋਈ ਗਲਤੀ ਜੱਜ ਨੇ ਕੀਤੀ ਹੈ, ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਇੱਕਦਮ, ਪਰ ਜੇ ਉਹਦੇ ਤੁਹਾਡੇ ਕਿਤੇ ਖੜੇ ਹੋਣ ਦੀ ਜਗ੍ਹਾ ਹੀ ਨਾ ਹੋਵੇ, ਫਿਰ ਤੁਸੀਂ ਕੀ ਕਰੋਗੇ ਉਹਦੇ 'ਚ? ਸੋ ਇਸ ਕਰਕੇ ਜੇ ਦੁਬਾਰਾ ਵੀ ਬਣ ਜਾਂਦੇ ਆ ਚੀਫ ਮਿਨਿਸਟਰ, ਉਹਦੇ ਆਪ ਖੁਦ ਹੀ ਕਿਹਾ ਇੱਕ ਇੰਟਰਵਿਊ 'ਚ ਕਿਹਾ ਕਿ ਲੋਕ ਕਹਿੰਦੇ ਆ ਜੀ ਮੈਂ ਮਿਲਨਸਾਰ ਨਹੀਂ ਹੈ, ਮੈਂ ਤਾਂ ਹਮੇਸ਼ਾ ਹੀ ਮਿਲਨਸਾਰ ਨਹੀਂ ਸੀ। ਅੱਛਾ, ਹੁਣ ਤਾਂ ਇਹਦਾ ਮਤਲਬ ਦੁਬਾਰਾ ਮਿਲਨਸਾਰ ਤਾਂ ਇਹਨਾਂ ਨੇ ਹੋਣਾ ਨਹੀਂ। ਤੇ ਇਹ ਪੰਜਾਬ ਤਿਆਰ ਹੈ ਕੈਪਟਨ ਸਾਹਿਬ ਦੀ ਤੀਜੀ ਟਰਮ ਲਈ, ਜਿਹਦੇ 'ਚ ਉਹੀ ਚੀਜ਼ਾਂ ਦੁਹਰਾਈਆਂ ਜਾਣਗੀਆਂ, ਉਹੀ ਦਰਬਾਰ ਹੋਏਗਾ, ਉਹੀ ਖਾਣ ਪਿਆਣ ਵਾਲੇ ਬੰਦੇ ਆਲੇ ਦੁਆਲੇ ਹੋਣਗੇ, ਔਰ ਉਹੀ ਇਹ ਮਿਲਨਸਾਰੀ ਨਹੀਂ ਕਰਨਗੇ। ਇਹ ਮੰਨਣਾ ਤਾਂ ਬੜਾ ਮੁਸ਼ਕਿਲ ਹੈ ਕਿ ਬੀਜੇਪੀ ਦੇ ਨਾਲ ਹੱਥ ਮਿਲਾ ਕੇ ਬਹੁਤ ਵਧੀਆ ਇਹਨਾਂ 'ਚ ਤਬਦੀਲੀ ਆ ਜਾਏਗੀ। ਹੁਣ ਗੱਲ ਆਉਂਦੀ ਹੈ ਇਹਨਾਂ ਦੀ ਜਿਹੜੀ ਇਹ ਬੇਅਦਬੀ ਦੀ ਗੱਲ ਕਰ ਰਹੇ। ਦੇਖੋ, ਜਿਹੜੀ ਦੁੱਖ ਵਾਲੀ ਗੱਲ ਹੈ ਕਿ ਕੱਲ ਇਹਨਾਂ ਨੇ ਕਿਹਾ ਜੀ ਇਹ ਨਿਹੰਗ ਤਾਂ ਸੁੱਖੇ ਪੀਂਦੇ ਹੈ,
ਇਹ ਸੁੱਖਾ ਪੀਤੇ ਹੋਏ ਬੰਦੇ ਨੇ ਕੰਮ ਕੀਤਾ ਹੈ। ਇੱਥੇ ਤਾਂ ਬੇਅਦਬੀ ਵੀ ਨਹੀਂ ਹੋਈ। ਦੇਖੋ ਬੇਅਦਬੀ ਤਾਂ ਇਹਨਾਂ ਨੂੰ 2015 ਵਾਲੀ ਉਹ ਨਹੀਂ ਲੱਭੀ ਕਦ ਹੋਈ, ਤੇ ਹੁਣ ਵਾਲੀ ਬੇਅਦਬੀ ਇਹਨਾਂ ਨੂੰ ਪਤਾ ਲੱਗ ਗਿਆ 5 ਦਿਨਾਂ 'ਚ ਕਿ ਬੇਅਦਬੀ ਨਹੀਂ ਹੋਈ, ਹਲੇ ਇਨਕੁਆਇਰੀ ਨਹੀਂ ਹੋਈ। ਇਹਨਾਂ ਨੂੰ ਕਹਿਣਾ ਚਾਹੀਦਾ ਸੀ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਨਕੁਆਇਰੀ ਕਰੇ, ਕਿਉਂਕਿ ਉਹ ਵਿਚਾਰੇ ਲਖਵੀਰ ਸਿੰਘ ਦਾ ਟੱਬਰ ਕਹਿ ਰਿਹਾ ਜੀ ਉਹ ਬੰਦਾ ਕਿਧਰੇ ਜਾ ਹੀ ਨਹੀਂ ਸਕਦਾ, ਉਹਨੂੰ ਕੋਈ ਲੈ ਕੇ ਗਿਆ ਹੈ, ਇਹ ਕੋਈ ਸਾਜ਼ਿਸ਼ ਹੈ। ਔਰ ਉਹ ਸਾਜ਼ਿਸ਼ ਵੱਲ ਉਂਗਲ ਕਰਨ ਦੀ ਜਗ੍ਹਾ ਔਰ ਫਿਰ ਫੋਟੋਆਂ ਆ ਗਈਆਂ ਨੇ ਜਿੱਥੇ ਬਾਬਾ ਅਮਨ ਸਿੰਘ ਆਪਣੇ ਸਰੋਪੇ ਲੈ ਰਿਹਾ, ਇਹਨਾਂ ਦੇ ਐਗਰੀਕਲਚਰ ਬੀਜੇਪੀ ਦੇ ਐਗਰੀਕਲਚਰ ਮਿਨਿਸਟਰ ਤੋਂ ਤੋਮਰ ਸਾਹਿਬ ਕੋਲ ਫੋਟੋਆਂ ਖਿਚਾਈਆਂ ਜਾ ਰਹੀਆਂ। ਇਹ ਤਾਂ ਮੀਟਿੰਗਾਂ ਕਰ ਰਹੇ ਔਰ ਪਿੱਛੇ ਇੱਕ ਐਸਾ ਬੰਦਾ ਖੜਾ ਹੈ ਜਿਹਨੂੰ ਕੈਟ ਪਿੰਕੀ ਕਹਿੰਦੇ ਹੈ, ਔਰ ਉਹ ਕਹਿੰਦਾ ਬਾਬਾ ਅਮਨ ਸਿੰਘ ਮੈਨੂੰ ਜੇਲ੍ਹ 'ਚ ਮਿਲਿਆ ਸੀ। ਹੁਣ ਇਹੋ ਜਿਹੇ ਬੰਦੇ ਅਪਰਾਧੀਆਂ ਨਾਲ ਇਹ ਗੱਲ ਕਰ ਰਹੇ ਨੇ। ਔਰ ਬੀਜੇਪੀ ਕਿਉਂ ਹੱਥ ਮਿਲਾ ਰਹੀ ਹੈ? ਕਿਉਂਕਿ ਉਹ ਕੋਈ ਵੀ ਸਾਧਨ ਚਾਹ ਰਹੇ ਸੀ ਕਿ ਕਿਸਾਨੀ ਅੰਦੋਲਨ ਨੂੰ ਸੱਟ ਮਾਰੀਏ, ਇਹਨਾਂ ਨੂੰ ਬਦਨਾਮ ਕਰੀਏ ਜੀ। ਅੱਛਾ, ਨਾਲ ਦੀ ਨਾਲ ਗੱਲ ਹੁੰਦੀ ਹੈ ਲਖੀਮਪੁਰ ਦੀ। ਜੇ ਲਖੀਮਪੁਰ ਤੇ ਤਾਂ ਕੈਪਟਨ ਸਾਹਿਬ ਦੀ ਜ਼ਬਾਨ ਥਰਥਰਾਂਦੀ ਹੈ, ਗੱਲ ਹੀ ਨਹੀਂ ਕੋਈ ਕਹੀ। ਮੈਂ ਕੱਲ ਸਵਾਲ ਪੁੱਛਿਆ ਟਵਿੱਟਰ 'ਚ ਕਿ ਕੈਪਟਨ ਸਾਹਿਬ ਜੇ ਤੁਹਾਨੂੰ ਇੰਨੀ ਜਲਦੀ ਪਤਾ ਲੱਗ ਗਿਆ ਸੁੱਖਾ ਪੀਤਾ ਹੋਇਆ ਸੀ, ਮੈਨੂੰ ਇਹ ਦੱਸੋ ਕਿ ਉਹ ਮਿਨਿਸਟਰ ਦੇ ਮੁੰਡੇ ਨੇ ਕੀ ਪੀਤਾ ਹੋਇਆ ਸੀ ਜਿਹਨੇ 3 ਕਾਰਾਂ ਕਿਸਾਨਾਂ ਤੇ ਚੜਾਈਆਂ? ਉਹ ਤਾਂ ਤੁਹਾਨੂੰ ਉਸ ਤੇ ਤਾਂ ਟਿੱਪਣੀ ਕਰਦੇ ਨਹੀਂ। ਤਾਂ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਇੰਨੇ ਬੀਜੇਪੀ ਦੀ ਗੋਦੀ 'ਚ ਹੋ ਗਏ ਕਿ ਉਹ ਉੱਥੇ ਬੈਠ ਕੇ ਸਿਰਫ ਇੱਕੋ ਹੀ ਮੁੱਦਾ ਹੈ ਉਹਨਾਂ ਕੋਲ, ਪੰਜਾਬ ਦੀ ਸੁਰੱਖਿਆ, ਲਾਅ ਐਂਡ ਆਰਡਰ। ਮੈਂ ਉਦੋਂ ਸੇਖਵਾਂ ਸਾਹਿਬ ਦੇ ਭੋਗ ਤੇ ਗਿਆ, ਮੈਂ ਇੱਕੋ ਹੀ ਗੱਲ ਕਹੀ ਉੱਥੇ। ਮੈਂ ਕਿਹਾ ਜੀ 1947 'ਚ ਰੈਡ ਕਲਿਫ ਸਾਨੂੰ ਤੋੜ ਗਿਆ ਪਾਕਿਸਤਾਨ ਨਾਲੋਂ, ਲਾਈਨ ਖਿੱਚ ਗਿਆ। ਉਹਦੇ ਬਾਅਦ 66 ਦੇ ਵਿੱਚ ਹਰਿਆਣੇ ਦੀ ਲਾਈਨ ਖਿੱਚੀ ਗਈ, ਹੋਰ ਛੋਟਾ ਰਹਿ ਗਿਆ ਪੰਜਾਬ। ਹੁਣ ਮੋਦੀ ਸਾਹਿਬ ਨੇ ਇੱਕ ਹੋਰ ਲਾਈਨ ਖਿੱਚਤੀ 50 ਕਿਲੋਮੀਟਰ ਤੇ। ਮੈਂ ਕਿਹਾ ਤੁਸੀਂ ਮਾਝੇ ਵਾਲੇ ਤੇ ਸਾਡਾ ਨਿਚਲਾ ਹਿੱਸਾ ਮਾਲਵੇ ਦਾ, ਇਹ ਤਾਂ ਹੁਣ ਮੋਦੀ ਸਾਹਿਬ ਦੇ ਥੱਲੇ ਹੈ। BSF ਜੋ ਮਰਜ਼ੀ ਕਰੇ, ਇਹ ਤਾਂ ਜੋ 84 ਦੇ ਬਾਅਦ ਆਰਮੀ ਕਰਦੀ ਸੀ, BSF ਕਰਦੀ ਸੀ, ਉਹੀ ਗੱਲ ਦੁਬਾਰਾ ਆ ਗਈ। ਔਰ 50 ਕਿਲੋਮੀਟਰ ਤੋਂ ਇੱਧਰ ਅੱਧਾ ਪੰਜਾਬ ਕਿਸੇ ਹੋਰ ਦੇ ਥੱਲੇ ਹੈ ਔਰ ਅੱਧਾ ਮੋਦੀ ਸਾਹਿਬ ਦੇ ਥੱਲੇ ਹੈ। ਔਰ ਉਸ ਤੇ ਕੈਪਟਨ ਸਾਹਿਬ ਦੀ ਟਿੱਪਣੀ ਇਹ ਹੈ ਕਿ ਨਹੀਂ, ਇਹ ਨਿਹਾਇਤ ਜ਼ਰੂਰੀ ਹੈ ਸੁਰੱਖਿਆ ਲਈ। ਤਾਂ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਜਿਹੜਾ ਬੰਦਾ 84 'ਚ ਛੱਡ ਕੇ ਆਇਆ ਹੋਵੇ ਕਿ ਕੇਂਦਰ ਸਰਕਾਰ ਨੇ ਝਟਕਾ ਮਾਰਿਆ ਸਿੱਖਾਂ ਨੂੰ, ਔਰ ਅੱਜ ਜਿਹੜਾ ਝਟਕਾ ਲੱਗ ਰਿਹਾ ਉਹਦੇ ਤੇ ਉਹ ਤਾਲੀਆਂ ਵਜਾਉਂਦਾ ਹੋਵੇ। ਬਿਲਕੁਲ ਠੀਕ ਹੈ, ਬਿਲਕੁਲ। ਔਰ ਬੜੀ ਅਤ ਮਹੱਤਵਪੂਰਨ ਟਿੱਪਣੀ ਆ ਤੁਹਾਡੀ। ਮੈਂ ਸਰਦਾਰ ਸਾਹਿਬ ਇਸ ਮਹੀਨ ਵਰਤਾਰੇ ਨੂੰ ਸਮਝਣਾ ਚਾਹੁੰਦਾ। ਇਹ ਬਹੁਤ ਬਰੀਕ ਘਟਨਾਵਾਂ ਨੇ। ਮੈਨੂੰ ਇਹ ਦੱਸਿਓ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਤੇ, ਜਦੋਂ ਕਿ ਅਗਲੇ 3 ਮਹੀਨਿਆਂ 'ਚ ਅਸੀਂ ਇਲੈਕਸ਼ਨ 'ਚ ਜਾਣ ਵਾਲੇ ਆ ਵਿਧਾਨ ਸਭਾ ਦੀ, ਜੇਕਰ ਉਹ ਕੋਈ ਪਾਰਟੀ ਬਣਾ ਲੈਂਦੇ ਆ ਅਗਲੇ 20 ਦਿਨ 'ਚ, ਔਰ ਉਸ ਪਾਰਟੀ ਦੇ ਵਿੱਚ ਅਕਾਲੀ ਦਲ, ਜਿਵੇਂ ਉਹਨਾਂ ਨੇ ਇਸ਼ਾਰਾ ਦਿੱਤਾ ਹੈ, ਅਕਾਲੀ ਦਲ ਤੋਂ ਜਿਹੜੇ ਬਾਹਰ ਨੇ, ਸਿਧਾਂਤਕ ਤੌਰ ਤੇ ਕੁਝ ਇਲਜ਼ਾਮ ਲਾ ਕੇ ਨਿਕਲੇ ਨੇ, ਢੀਂਡਸਾ ਸਾਹਿਬ, ਇਸ ਤੋਂ ਪਹਿਲਾਂ 70ਵਿਆਂ ਤੋਂ ਰਵਿੰਦਰ ਸਿੰਘ ਦਾ ਬਾਦਲਕਿਆਂ ਨਾਲ 36 ਦਾ ਅੰਕੜਾ ਹੈ। ਮੈਨੂੰ ਇਹ ਸਮਝਾਓ ਕਿ ਜੇਕਰ ਇਹ ਥੋੜੇ ਵੱਡੇ ਕੱਦ ਵਾਲੇ ਆਗੂ ਜਿਹੜੇ ਵੱਡੇ ਸਿੱਖ ਨਜ਼ਰ ਆਉਂਦੇ ਆ, ਤੁਹਾਡੀ ਵੀ ਢੀਂਡਸਾ ਸਾਹਿਬ ਨਾਲ, ਸਰਦਾਰ ਰਵਿੰਦਰ ਸਿੰਘ ਨਾਲ ਕਈ ਵਾਰੀ ਮੁਲਾਕਾਤ ਹੋਈ, ਮੈਨੂੰ ਇਸ ਗੱਲ ਦਾ ਪਤਾ ਹੈ, ਜੇਕਰ ਇਹ ਇੱਕ ਪਲੇਟਫਾਰਮ ਤੇ ਨਜ਼ਰ ਆਉਂਦੇ ਆ, ਬੀਜੇਪੀ ਦਾ ਜਿਹੜਾ ਚੋਣ ਮੈਨੇਜਮੈਂਟ ਆ ਉਹ ਸ਼ਾਮਲ ਹੋ ਜਾਂਦਾ ਵਿੱਚ, ਇਹ ਸੀਟਾਂ ਦੀ ਲੈਣ ਦੇਣ ਹੋ ਜਾਂਦੀ ਆ, ਔਰ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਚੌਥਾ ਫਰੰਟ, ਕਿਉਂਕਿ ਅਕਾਲੀ ਬਸਪਾ, ਕਾਂਗਰਸ ਔਰ ਆਮ ਆਦਮੀ ਪਾਰਟੀ 3 ਧੜੇ ਤਾਂ ਆਲਰੇਡੀ ਬੈਠੇ ਹੋਇਆ, ਤੁਸੀਂ ਵੀ ਸਾਂਝਾ ਸੁਨਹਿਰਾ ਮੰਚ ਜਿਹੜਾ ਤੁਹਾਡਾ ਪੰਜਾਬ ਦਾ, ਉਹਦਾ ਤੁਸੀਂ ਕਰ ਚੁੱਕੇ ਹੋ ਗਠਨ, ਇਹਦਾ ਕੋਈ ਅਸਰ ਹੋ ਸਕਦਾ? ਚੌਥਾ ਫਰੰਟ ਕੋਈ ਸ਼ੇਪ ਲੈ ਸਕਦਾ? ਬੀਜੇਪੀ ਦੀ ਮੈਨੇਜਮੈਂਟ ਔਰ ਕਾਰਪੋਰੇਟਸ ਦਾ ਪੈਸਾ ਤੇ ਪੰਜਾਬ ਦੀ ਜਿਹੜੀ ਸਿਆਸਤ ਆ ਔਰ ਪੰਜਾਬ ਦੀ ਇਲੈਕਸ਼ਨ ਆ ਉਹ ਮਹਿੰਗੀ ਹੋ ਜਾਊਗੀ। ਇੱਥੇ ਕਾਫੀ ਜ਼ਿਆਦਾ ਸਮੀਕਰਨ ਬਦਲ ਸਕਦੇ ਆ ਜੇ ਇਨ ਦਾ ਮੀਨ ਟਾਈਮ ਕਿਸਾਨਾਂ ਨਾਲ ਕਿਸੇ ਪੱਧਰ ਤੇ ਮੁੱਕਦੀ। ਕੈਪਟਨ ਅਮਰਿੰਦਰ ਸਿੰਘ ਜੇ ਮਕਾਉਣ 'ਚ ਸਫਲ ਹੋ ਜਾਂਦੇ ਆ ਜਾਂ ਥੋੜਾ ਬਹੁਤਾ ਵੀ ਨੇੜੇ ਲਿਆਉਣ 'ਚ ਸਫਲ ਹੋ ਜਾਂਦੇ ਤਾਂ ਕਿਸਾਨ ਜਥੇਬੰਦੀਆਂ ਵੀ ਸਾਥ ਦੇਣਗੀਆਂ। ਕੀ ਕਹਿੰਦੇ ਹੋ? ਦੇਖੋ, ਇਹਦੇ 'ਚ 2-3 ਗੱਲਾਂ ਤੁਸੀਂ ਕੀਤੀਆਂ। ਪਹਿਲੀ ਗੱਲ ਤਾਂ ਹਾਂ, ਪੰਜਾਬ 'ਚ ਚੌਥੇ ਫਰੰਟ ਲਈ ਜਗ੍ਹਾ ਹੈ, ਇਸ ਲਈ ਕਿ ਪੰਜਾਬ ਤਬਦੀਲੀ ਚਾਹ ਰਿਹਾ ਹੈ, ਪੰਜਾਬ ਇੱਕ ਨਵੀਂ ਸਿਆਸਤ ਚਾਹ ਰਿਹਾ, ਨਵੀਂ ਰਾਜਨੀਤੀ ਚਾਹ ਰਿਹਾ। ਲੇਕਿਨ ਕੈਪਟਨ ਸਾਹਿਬ ਦੇ ਨੀਚੇ ਤਾਂ ਕੋਈ ਨਵੀਂ ਰਾਜਨੀਤੀ ਨਾ ਹੋਈ। ਜਿਹੜੇ ਚਿਹਰੇ ਇਕੱਠੇ ਕਰਨ ਦੀ ਗੱਲ ਕਰ ਰਹੇ ਹੈ ਉਹ ਪੁਰਾਣੇ ਚਿਹਰੇ ਹੈ, ਜਾਂ ਤਾਂ ਉਹਨਾਂ ਦੇ ਅੱਗੇ ਕੋਈ ਨਵਾਂ ਚਿਹਰਾ ਲੱਗੇ ਤਾਂ ਹੋ ਸਕਦਾ ਪੁਰਾਣੇ ਚਿਹਰੇ ਨਵੇਂ ਚਿਹਰੇ 'ਚ ਮਿਲ ਜਾਣ। ਜੇ ਪੁਰਾਣੇ ਚਿਹਰੇ ਪੁਰਾਣੇ ਵੱਡੇ ਚਿਹਰੇ ਦੇ ਥੱਲੇ ਲੱਗ ਕੇ ਜਿਹੜਾ ਫੇਲ ਪੁਰਾਣਾ ਚਿਹਰਾ ਹੈ, ਔਰ ਸਿਰਫ ਇਸ ਕਰਕੇ ਕਿਉਂਕਿ ਮਾਇਆ ਦੀ ਕੋਈ ਅੰਤ ਨਹੀਂ ਹੈ, ਜਿੱਥੇ ਬੀਜੇਪੀ ਦਾ ਕੰਮ ਹੈ ਮਾਇਆ ਲਿਆ ਕੇ ਤੁਸੀਂ ਬੰਦੇ ਤੋੜੋਗੇ, ਕਾਂਗਰਸ ਤੋੜਨ ਦੀ ਕੋਸ਼ਿਸ਼ ਕਰਨਗੇ,
ਕੁਝ ਐਮਐਲਏਆਂ ਨੂੰ ਵੈਸੇ ਟਿਕਟਾਂ ਨਹੀਂ ਮਿਲਣੀਆਂ ਕਿਉਂਕਿ ਚੰਨੀ ਤੇ ਸਿੱਧੂ ਸਾਹਿਬ ਦਾ ਆਪਸ 'ਚ ਟਕਰਾਓ ਹੋਣਾ ਹੈ। ਉਹ ਕਹਿਣਗੇ ਮੇਰੇ ਬੰਦਿਆਂ ਨੂੰ ਜ਼ਿਆਦਾ ਟਿਕਟਾਂ ਮਿਲਣ ਇਹਦੇ, ਔਰ ਕੈਪਟਨ ਦੇ ਬੰਦਿਆਂ ਨੂੰ ਨਾ ਦੇਈਏ। ਤੇ ਜੇ ਉਹ ਬੰਦੇ ਕੱਢਣੇ ਇਹਨਾਂ ਨੇ ਸ਼ੁਰੂ ਕੀਤੇ, ਉਹ ਬੰਦੇ ਫਿਰ ਜਾ ਕੇ ਕੈਪਟਨ ਸਾਹਿਬ, ਇਹ ਤਾਂ ਉਹੀ ਪੁਰਾਣੀ ਸ਼ਰਾਬ ਨਵੀਂ ਬੋਤਲ 'ਚ ਹੋਣੀ ਹੈ। ਤੇ ਇਸ ਕਰਕੇ ਇਹਦੇ ਨਾਲ ਤਾਂ ਕੋਈ ਤਬਦੀਲੀ ਨਹੀਂ ਆਣੀ। ਇਹ ਤਾਂ ਉਹੀ ਬੰਦੇ, ਉਹੀ ਘੁੰਮ ਫਿਰ ਕੇ, ਉਹੀ ਪਾਲਿਸੀਆਂ, ਉਹੀ ਇਹਨਾਂ ਦੇ ਤੌਰ ਤਰੀਕੇ ਰਹਿਣੇ ਹੈ। ਹੁਣ ਪੰਜਾਬ ਨੇ ਤੈਅ ਕਰਨਾ ਹੈ ਕਿ ਇਹ ਜਿਹੜੀ ਨਵੀਂ ਇੱਕ ਨਵੀਂ ਰਚਨਾ ਆਈ ਹੈ, ਜਿਹਦੇ ਮੁਤਾਬਕ ਬੀਜੇਪੀ ਸਮਝਦੀ ਹੈ ਅਸੀਂ ਇਹੋ ਜਿਹਾ ਨਵਾਂ ਫਰੰਟ ਬਣਾ ਕੇ ਅੱਗੇ ਲੈ ਆਈਏ, ਸਾਡੀ ਅਸੀਂ ਕੁਝ ਹਿੰਦੂ ਵੋਟ ਲਿਆਈਏ ਔਰ ਹਿੰਦੂ ਸਿੱਖ ਦੇ ਵਿੱਚ ਤਣਾਅ ਵਧਾਈਏ, ਤਾਂ ਹੀ ਉਹ ਗੱਲ ਸੁਰੱਖਿਆ ਦੀ ਹੋ ਰਹੀ ਹੈ। ਗੱਲ ਡਿਵੈਲਪਮੈਂਟ ਦੀ, ਇਹਦੇ ਵਿੱਚ ਖੇਤੀਬਾੜੀ ਦੀ, ਸਿੱਖਿਆ ਦੀ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ, ਸਿਰਫ ਇਹ ਸੁਰੱਖਿਆ ਦੀ। ਤੁਹਾਨੂੰ ਪਤਾ ਹੋਣਾ ਬੀਜੇਪੀ ਤਾਂ ਇਲੈਕਸ਼ਨ ਹੀ ਸੁਰੱਖਿਆ ਤੇ ਲੜਦੀ ਹੈ ਰੌਲਾ ਪਾ ਕੇ, ਪਰ ਇਹਨਾਂ ਨੇ ਲੜ ਕੇ ਅੱਗੇ ਵੈਸਟ ਬੰਗਾਲ 'ਚ ਦੇਖ ਲਿਆ ਕੀ ਹੋਇਆ। ਮੈਂ ਇਹ ਸਮਝਦਾ ਹਾਂ ਜੇ ਪੰਜਾਬ 'ਚ ਜਿਹੜੇ ਸਿਆਣੇ ਪੋਲੀਟੀਸ਼ੀਅਨ, ਪੁਰਾਣੇ ਹੋਣ ਨਵੇਂ ਹੋਣ, ਉਹਨਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਇਹ ਚਾਲ ਹੈ। ਇਸ ਚਾਲ 'ਚ ਕੈਪਟਨ ਸਾਹਿਬ ਨੇ ਤਾਂ ਆਪਣਾ ਬਦਲਾ ਲੈਣਾ ਹੈ। ਉਹਨਾਂ ਦੇ ਤਾਂ ਦਿਮਾਗ 'ਚ ਹੈ ਮੈਨੂੰ ਬੇਇੱਜ਼ਤ ਕੀਤਾ, ਉਹ ਇਹ ਨਹੀਂ ਸਮਝਦੇ ਉਹ ਫੇਲ ਹੋਏ ਤੇ ਖੁਦ ਬੇਇੱਜ਼ਤ ਹੋਏ ਹੈ। ਜੋ ਖੁਦ ਹੀ ਕਹਿ ਦਿੰਦੇ ਚੰਗਾ ਜੀ ਤਬਦੀਲੀ ਕਾਂਗਰਸ ਲਿਆਣੀ ਚਾਹੀਦੀ ਹੈ, ਅਗਲੀ ਜਨਰੇਸ਼ਨ ਆ ਰਹੀ ਹੈ, ਮੈਂ ਬਾਹਰ ਬੈਠ ਜਾਣਾ ਹੈ, ਇਹਨਾਂ ਨੂੰ ਚੰਗਾ ਉਹ ਚੰਗੇ ਸਿਆਸਤ ਤੇ ਬਿਠਾਉਂਦੇ, ਇਹਨਾਂ ਦੀ ਇੱਜ਼ਤ ਰਹਿੰਦੀ। ਹੁਣ ਇਹ ਆ ਗਏ ਨੇ ਬਦਲੇ ਤੇ, ਉਹ ਬਦਲੇ 'ਚ ਪੰਜਾਬ ਸ਼ਿਕਾਰ ਹੋਣ ਦਾ ਚਾਂਸ ਹੈਗਾ। ਹੁਣ ਤੁਸੀਂ ਇਹਦੇ ਨਾਲ ਜੁੜੀ ਹੋਈ ਗੱਲ ਆਉਂਦੀ ਹੈ ਕਿ ਇਸ ਅਦਲਾ ਬਦਲੀ 'ਚ ਦੂਜੀਆਂ ਪਾਰਟੀਆਂ ਤੇ ਕੀ ਅਸਰ ਪਏਗਾ। ਦੇਖੋ ਦੂਜੀਆਂ ਆਮ ਆਦਮੀ ਪਾਰਟੀ, ਕਾਂਗਰਸ, ਉਹ ਵੀ ਦੇਖਣਗੇ, ਅਕਾਲੀ ਦਲ ਮੈਨੂੰ ਲੱਗਦਾ ਹੋਰ ਕੁੱਟਿਆ ਜਾਊਗਾ ਇਹਦੇ ਵਿੱਚ। ਲੇਕਿਨ ਜ਼ਰੂਰੀ ਨਹੀਂ ਹੈ ਕਿ ਜਿਹੜੇ ਅਕਾਲੀ ਦਲ ਚੋਂ ਨਿਕਲੇ ਹੋਏ ਲੀਡਰ ਨੇ ਉਹ ਵੀ ਬਾਹਰੋਂ ਦੇਖਣਗੇ ਕਿ ਕਿਸਾਨੀ ਅੰਦੋਲਨ ਦਾ ਕੀ ਫੈਸਲਾ ਹੁੰਦਾ ਹੈ। ਮੁੱਦਾ ਉੱਥੇ ਖਤਮ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਐਸਾ ਫੈਸਲਾ ਹੁੰਦਾ, ਉਹਨਾਂ ਦੀਆਂ ਸਾਰੀਆਂ ਗੱਲਾਂ ਮੋਦੀ ਸਾਹਿਬ ਮੰਨ ਜਾਂਦੇ ਆ। ਫਿਰ ਪ੍ਰਸ਼ਨ ਇਹ ਉੱਠੇਗਾ ਕਿ ਮੋਦੀ ਸਾਹਿਬ ਨੇ 1 ਸਾਲ ਵਿਚਾਰਿਆਂ ਨੂੰ ਤੰਗ ਕਿਉਂ ਕੀਤਾ। ਇਹਦਾ ਮਤਲਬ ਸਾਜ਼ਿਸ਼ ਉਹਨਾਂ ਦੀ ਇਹੀ ਸੀ ਕਿ ਇਹਨੂੰ ਸਾਧਨ ਬਣਾ ਲਈਏ ਕਿਸੇ ਤਰੀਕੇ ਨਾਲ ਕਾਂਗਰਸ ਨੂੰ ਤੋੜਨ ਦਾ ਔਰ ਇਲੈਕਸ਼ਨਾਂ ਜਿੱਤਣ ਦਾ। ਅਖੀਰ 'ਚ ਤੁਸੀਂ ਉਹਨਾਂ ਨੂੰ ਕੋਈ ਚੀਜ਼ ਦੇ ਕੇ ਤਾਲੀਆਂ ਵਜਾ ਕੇ ਯੂਪੀ ਵੀ ਜਿੱਤ ਲਓ, ਪੰਜਾਬ ਵੀ ਜਿੱਤ ਲਓ, ਜਾਂ ਸਾਰੀਆਂ ਚੀਜ਼ਾਂ ਨਹੀਂ ਦਿੰਦੇ। ਕਿਉਂਕਿ ਜਿਸ ਤਰੀਕੇ ਨਾਲ ਲਖੀਮਪੁਰ ਤੇ ਪੇਸ਼ ਹੋਇਆ, ਇਸ ਵੇਲੇ ਕੱਲਾ ਕਿਸਾਨੀ ਅੰਦੋਲਨ ਦਾ ਮੁੱਦਾ ਸਿਰਫ ਉਹ ਪੁਰਾਣੇ ਮੁੱਦਿਆਂ ਤੇ ਨਹੀਂ ਹੈ, ਉਹਦੇ ਨਾਲ ਲਖੀਮਪੁਰ ਵੀ ਜੁੜੀ ਹੋਈ ਹੈ। ਜੇ ਕਿਸਾਨਾਂ ਨੂੰ ਚਲੋ ਕੱਲ ਨੂੰ ਮੋਦੀ ਸਾਹਿਬ ਮੰਨ ਜਾਂਦੇ ਹੈ, ਪੂਰਾ ਤਾਂ ਨਹੀਂ ਮੰਨਣਗੇ, ਉਹ ਕਹਿਣਗੇ ਚਲੋ ਕਾਨੂੰਨਾਂ ਨੂੰ ਇੱਕ ਪਾਸੇ ਰੱਖਿਆ ਜਾਂ ਕਾਨੂੰਨਾਂ 'ਚ ਕਹਿ ਦਿੰਦੇ ਆ ਸੂਬਿਆਂ ਤੇ ਛੱਡਿਆ, ਜਿਹੜਾ ਲਾਉਣਾ ਚਾਹੇਗਾ ਲਾ ਲੇ, ਜਿਹੜਾ ਨਹੀਂ ਲਾਉਣਾ ਚਾਹੇ ਨਾ ਲਾਵੇ, ਅਸੀਂ ਇਹਨੂੰ ਮਜਬੂਰ ਨਹੀਂ ਕਰਦੇ ਕਿਸੇ ਸੂਬੇ ਨੂੰ। ਐਮਐਸਪੀ ਤੇ ਮੈਨੂੰ ਨਹੀਂ ਲੱਗਦਾ ਉਹ ਕਾਨੂੰਨ ਬਣਾਉਣਗੇ ਜਾਂ ਬਣਾ ਸਕਦੇ ਆ। ਐਮਐਸਪੀ ਤੇ ਲਿਖਤ 'ਚ ਦੇਣਗੇ, ਕਿਉਂਕਿ ਜੇ ਕਾਨੂੰਨ ਬਣਾ ਲੈਂਦੇ ਆ ਤਾਂ ਸਾਰੇ ਹਿੰਦੁਸਤਾਨ 'ਚ ਲਾਗੂ ਹੋਏਗਾ ਕਾਨੂੰਨ, ਕੱਲਾ ਪੰਜਾਬ, ਹਰਿਆਣੇ, ਯੂਪੀ ਲਈ ਨਹੀਂ ਬਣ ਸਕਦਾ। ਫਿਰ ਦੂਸਰੀਆਂ ਫਸਲਾਂ ਵੀ ਇਹਦੇ 'ਚ ਆ ਜਾਣਗੀਆਂ। ਉਹਨਾਂ ਸਰਕਾਰ ਕੋਲ ਪੈਸਾ ਹੀ ਹੈ ਨਹੀਂ, ਤਾਂ ਹੀ ਇਹ ਕਣਕ ਤੇ ਝੋਨੇ ਤੋਂ ਭੱਜ ਰਹੇ, ਇਹਨਾਂ ਕੋਲ ਪੈਸਾ ਨਹੀਂ। ਜੇ ਸਾਰੀਆਂ ਫਸਲਾਂ ਹੈਗੀਆਂ ਕਿੱਥੋਂ ਦੇਣਗੇ ਪੈਸੇ ਇਹ? ਤਾਂ ਇਸ ਕਰਕੇ ਐਮਐਸਪੀ ਤੇ ਕੋਈ ਕਾਨੂੰਨ ਨਹੀਂ ਬਣਨ ਵਾਲਾ। ਇਹਦਾ ਮਤਲਬ ਇਹ ਜੇ 60% 50-60% ਇਹ ਦੇ ਦਿੰਦੇ ਆ ਔਰ ਉਹਦੇ ਬਾਅਦ ਕੈਪਟਨ ਸਾਹਿਬ ਨੂੰ ਕਹਿਣਗੇ ਹੁਣ ਤੁਸੀਂ ਮਨਾਓ, ਕਿੰਨੇ ਜਥੇਬੰਦੀਆਂ ਮੰਨਦੀਆਂ ਕਿਸਾਨਾਂ ਦੀਆਂ, ਉਹਦੇ ਚੋਂ ਹੋ ਸਕਦਾ ਕੁਝ ਮੰਨਣ ਕੁਝ ਨਾ ਮੰਨਣ, ਜਾਂ ਤਾਂ ਸਾਰੇ ਨਾ ਮੰਨਣ। ਅੱਜ ਸੁਣਿਆ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਔਰ ਉੱਤੋਂ ਅੱਜ ਸੁਪਰੀਮ ਕੋਰਟ ਦਾ ਆਰਡਰ ਆ ਜਾਂਦਾ ਕਿ ਇਹਨਾਂ ਤੋਂ ਸੜਕਾਂ ਖਾਲੀ ਕਰਵਾਓ। ਅੱਛਾ, ਉੱਤੋਂ ਜਥੇਬੰਦੀਆਂ ਦੇ ਵਿੱਚ ਸੰਗਠਨ ਦੇ ਵਿੱਚ ਤਰੇੜਾਂ ਆ ਜਾਂਦੀਆਂ, ਉਹ ਕੁਛ ਕਹਿਣ ਜੀ ਇਹ ਤਾਂ ਠੀਕ ਹੈ, ਜੋ ਕਹਿ ਰਹੇ ਨੇ ਠੀਕ ਹੈ। ਸੋ ਉਹਦੇ 'ਚ ਫਿਰ ਬੀਜੇਪੀ ਦੀ ਪਾਲਿਸੀ ਸਫਲ ਰਹੇਗੀ। ਕੈਪਟਨ ਸਾਹਿਬ ਕਹਿਣਗੇ ਜੀ ਦੇਖੋ ਆ ਕੁਝ ਜਥੇਬੰਦੀਆਂ ਮੇਰੇ ਨਾਲ ਆ ਗਈਆਂ, ਕਿਸਾਨ ਇਕੱਠੇ ਹੋ ਕੇ ਕਿਸੇ ਇੱਕ ਪਾਰਟੀ ਦੇ ਪਿੱਛੇ ਨਹੀਂ ਹੋ ਸਕਣਗੇ ਜਾਂ ਆਪਣੀ ਨਹੀਂ ਬਣਾ ਸਕਣਗੇ। ਕੁਝ ਬੰਦੇ ਕਹਿਣਗੇ ਕੈਪਟਨ ਸਾਹਿਬ ਨੇ ਠੀਕ ਕੀਤਾ, ਕੁਝ ਕਹਿਣਗੇ ਗਲਤ ਕੀਤਾ, ਉਹ ਫਿਰ ਗੱਲ ਨਿਕਲ ਜਾਏਗੀ। ਜੇ ਉਹ ਅੜ ਗਏ, ਜੇ ਕਿਸਾਨ ਅੜੇ ਰਹੇ, ਉਹਨਾਂ ਨੇ ਕਿਹਾ ਕਿ ਨਹੀਂ ਕੱਲਾ ਇਹ ਨਹੀਂ, ਤੁਸੀਂ ਮਿਨਿਸਟਰ ਨੂੰ ਵੀ ਕੱਢੋ, ਲਖੀਮਪੁਰ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਦਿਓ, ਸਾਰੇ ਕੇਸ ਵਾਪਸ ਲਓ। ਉੱਥੇ ਵੀ ਕੇਸ ਰਜਿਸਟਰ, FIR ਹੋਰ ਰਜਿਸਟਰ ਕਰਤੀ ਹੈ, ਗੁੰਮਨਾਮ ਸੁਣਿਆ 50 ਬੰਦਿਆਂ ਦੇ ਖਿਲਾਫ। ਉਹਨਾਂ ਨੇ ਕਿਹਾ ਜਿਨ੍ਹਾਂ ਨੇ ਉਹ 2-3 ਬੰਦੇ ਮਾਰੇ ਜਿਹੜੇ ਕਾਰਾਂ 'ਚ ਸੀਗੇ, ਉਹਨਾਂ ਦੇ ਹਲੇ ਨਾਂ ਨਹੀਂ ਲਿਖੇ। ਹੋ ਸਕਦਾ ਉਹਨੂੰ ਤਾਂ ਸਰਕਾਰ ਵਾਪਸ ਲੈ ਲੇ, ਲੇਕਿਨ ਕੀ ਵਜ਼ੀਰ ਨੂੰ ਕੱਢਣ ਨੂੰ ਮੋਦੀ ਜੀ ਤਿਆਰ ਹੋ ਜਾਣਗੇ? ਕਿਉਂਕਿ ਉਹਨਾਂ ਨੂੰ ਬ੍ਰਾਹਮਣਾਂ ਦੀ ਵੋਟ ਚਾਹੀਦੀ ਹੈ ਯੂਪੀ ਦੇ ਵਿੱਚ। ਇਹ ਲੱਗੇਗਾ ਕਿ ਇਹ ਪਿੱਛੇ ਮੁੜ ਗਏ। ਹੋ ਸਕਦਾ ਹੈ ਉਹ ਇਹ ਸਮਝਣ ਕਿ ਕਿਸਾਨਾਂ ਨਾਲ ਫੈਸਲਾ ਕਰਨ ਨਾਲ ਉਹਦੇ 'ਚ ਫਿਰ ਤਕੈਤ ਸਾਹਿਬ ਦਾ ਕੀ ਰੁਖ ਰਹੂਗਾ, ਉਹ ਕੀ ਜਯੰਤ ਸਿੰਘ ਨੂੰ ਛੱਡ ਜਾਣਗੇ
ਆਪਣੇ ਬੰਦੇ ਖੜੇ ਕਰਨਗੇ ਜਾਂ ਦੁਬਾਰਾ ਬੀਜੇਪੀ ਕੋਲ ਚਲੇ ਜਾਣਗੇ। ਸੋ ਇਹ ਇਕੱਲੇ ਪੰਜਾਬ ਦਾ ਨਹੀਂ ਹੈ। ਜੇ ਤੁਸੀਂ ਕਿਸਾਨ ਅੰਦੋਲਨ ਦਾ ਹੱਲ ਲੱਭਦੇ ਹੋ, ਉਹਦਾ ਅਸਰ ਇਹ ਤਿੰਨੋਂ ਸੂਬਿਆਂ 'ਚ ਜਾਣਾ ਹੈ, ਹਰਿਆਣੇ 'ਚ, ਯੂਪੀ ਔਰ ਪੰਜਾਬ 'ਚ ਤਾਂ ਜਾਣਾ ਹੀ ਜਾਣਾ ਹੈ। ਹੁਣ ਇਹ ਹੋ ਸਕੇਗਾ ਨਹੀਂ ਹੋ ਸਕੇਗਾ, ਮੈਨੂੰ ਲੱਗਦਾ ਜਿਹੜੇ ਅਕਾਲੀ ਧੜੇ ਟੁੱਟੇ ਹੋਏ ਨੇ ਉਹ ਵੀ ਇਹਨੂੰ ਦੇਖਣਗੇ। ਇੱਕਦਮ ਤਾਂ ਕੈਪਟਨ ਸਾਹਿਬ ਨੂੰ ਜੱਫੀ ਨਹੀਂ ਨਾ ਪਾਉਣ ਲੱਗੇ ਉਹ ਆ ਕੇ। ਬਿਲਕੁਲ ਨਹੀਂ ਐਡਾ ਆਸਾਨ ਨਹੀਂ। ਲੇਕਿਨ ਇੱਕ ਚੀਜ਼ ਤੁਸੀਂ ਜਿਹੜੀ ਬਹੁਤ ਸ਼ੁਰੂਆਤ 'ਚ ਕਹੀ ਸੀਗੀ ਕਿ ਬੀਜੇਪੀ ਨੇ ਬੰਗਾਲ ਦੇ ਵਿੱਚ ਮੂੰਹ ਦੀ ਖਾਧੀ ਹੈ। ਹਾਲਾਂਕਿ ਉਹਨਾਂ ਦੀਆਂ ਸੀਟਾਂ ਬਹੁਤ ਵਧੀਆਂ, ਲੇਕਿਨ ਜਿਸ ਤਰ੍ਹਾਂ ਦੀ ਉਹ ਜਿੱਤ ਦੀ ਆਸ ਲਾਈ ਬੈਠੇ ਸੀ ਉਹ ਤੋਂ ਬਹੁਤ ਦੂਰ ਰਹਿ ਗਏ। ਲੇਕਿਨ ਇਹਨਾਂ ਦੋ ਖਿੱਤਿਆਂ ਦਾ ਆਪਸ ਵਿੱਚ ਮੇਲ ਹੋਣ ਦੇ ਬਾਵਜੂਦ ਵੀ ਸੱਭਿਆਚਾਰਕ ਤੌਰ ਤੇ ਬਹੁਤ ਫਰਕ ਹੈ, ਵਖਰੇਵਾਂ ਹੈ। ਉੱਥੇ ਦੀ ਜਿਹੜੀ ਪਾਰਟੀ ਸੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਉਹ ਖੇਤਰੀ ਪਾਰਟੀ, ਨਰੋਲ ਖੇਤਰੀ ਪਾਰਟੀ ਔਰ ਖੇਤਰ ਲਈ ਲੜ ਰਹੀ ਆ, ਉੱਥੋਂ ਦੇ ਲੋਕਾਂ ਲਈ ਲੜ ਰਹੀ ਆ ਔਰ ਉਹ ਯੂਨਾਈਟ ਆ। ਇੱਥੇ ਸਾਡੇ ਕੋਲ ਕੋਈ ਖੇਤਰੀ ਪਾਰਟੀ ਨਹੀਂ ਪੰਜਾਬ 'ਚ ਬਚੀ। ਅਕਾਲੀ ਦਲ ਵੀ ਬਹੁਤ ਦੇਰ ਇਹਨਾਂ ਦੀ ਪੈੜ 'ਚ ਪੈਰ ਰੱਖ ਕੇ ਫਸ ਚੁੱਕਿਆ। ਹੁਣ ਜੇ ਉਹ ਆਪਣਾ ਚਿਹਰਾ ਸਾਫ਼ ਦਿਖਾਉਣਾ ਵੀ ਚਾਹੁੰਦਾ ਤੇ ਉਹ ਧੂਲ ਦਿਸਦੀ ਹੈ ਜਿਹੜੀ ਅਤੀਤ ਦੀ ਹੈ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਸਰ ਕਿ ਜਦੋਂ ਬੀਜੇਪੀ ਪੰਜਾਬ ਦੇ ਵਿੱਚ ਰਾਜਨੀਤੀ ਕਰੇਗੀ ਔਰ ਉਹ ਰਾਜਨੀਤੀ, ਹਾਲਾਂਕਿ ਰਿਵੋਲਟ ਦੀ ਰਾਜਨੀਤੀ ਪੰਜਾਬ ਦੀ ਰਹੀ ਆ, ਕੈਪਟਨ ਅਮਰਿੰਦਰ ਸਿੰਘ ਨੇ ਜੇਟਲੀ ਨੂੰ ਹਰਾਇਆ ਸੀ। ਜਦੋਂ ਸਾਰੇ ਦੇਸ਼ ਦੇ ਵਿੱਚ ਮੋਦੀ ਜਿੱਤਦੇ ਆ, ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤ ਨਹੀਂ ਮਿਲਦੀ, 19 ਦੇ ਵਿੱਚ ਵੀ ਔਰ ਉਸ ਤੋਂ ਪਹਿਲਾਂ ਵੀ। ਖੈਰ ਇਸ ਵਾਰੀ ਜਿਹੜਾ ਟੁੱਟ ਭੱਜ ਹੈ, ਅਕਾਲੀ ਦਲ ਦੀ ਟੁੱਟ ਭੱਜ ਬਹੁਤ ਹੈ ਔਰ ਟੁੱਟ ਭੱਜ ਜਿਹੜੀ ਆ ਕਾਂਗਰਸ ਦੇ ਵਿੱਚ ਵੀ ਲਗਾਤਾਰ ਚੱਲ ਰਹੀ ਹੈ। ਇਸ ਸਾਰੇ ਦੇ ਚੱਲਦਿਆਂ ਸਕੋਪ ਕਿੰਨੇ ਪ੍ਰਤੀਸ਼ਤ ਆ ਸ਼ਹਿਰੀ ਜਿਹੜੀ ਅਰਬਨ ਨਰੋਲ ਹਿੰਦੂ ਵੋਟ ਆ ਉਹਦਾ ਪੋਲਰਾਈਜੇਸ਼ਨ ਹੋ ਸਕਦਾ ਹੈ? ਇਸ ਮਾਮਲੇ 'ਚ ਕੁਝ ਸ਼ਹਿਰੀ ਸੀਟਾਂ ਸਿੱਧੀਆਂ ਬੀਜੇਪੀ ਦੇ ਖਾਤੇ 'ਚ ਜਾ ਸਕਦੀਆਂ, ਜਿਹੜੀ ਸੰਭਾਵਨਾ ਤਾਂ ਨਹੀਂ ਕੋਈ ਜਤਾਉਂਦਾ, ਲੇਕਿਨ ਜੇ ਤੁਸੀਂ ਜ਼ਮੀਨ ਤੇ ਦੇਖੋਗੇ ਤੇ ਕੰਮ ਉਹ ਕਰ ਰਹੇ ਆ। ਉਹਨਾਂ ਦੀ ਆਰਐਸਐਸ ਵਰਗੀ ਜਥੇਬੰਦੀ ਥੱਲੇ ਲੈਵਲ ਤੇ ਐਕਟਿਵ ਆ। ਸੋ ਪੰਜਾਬ ਦੇ ਦ੍ਰਿਸ਼ ਨੂੰ ਇਹਨਾਂ ਸਾਰੇ ਵਰਤਾਰਿਆਂ 'ਚ ਕੁਝ ਬਦਲਦਾ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਵੀ ਉਸੇ ਹੀ ਬੇਸ ਨੂੰ, ਜਿਹੜਾ ਬੀਜੇਪੀ ਦਾ ਬੇਸ ਆ, ਉਹਨੂੰ ਹੀ ਬਣਾਉਣਾ ਚਾਹ ਰਹੇ ਆ। ਉਹ ਕੁਝ ਐਕਸ-ਸਰਵਿਸਮੈਨ ਦੀ ਵੋਟ ਤੇ ਕੁਝ ਜੱਟ ਵੋਟ ਜਿਹੜੀ ਆ ਉਹਦੇ ਤੇ ਫੋਕਸ ਕਰਕੇ ਬੈਠਿਆ, ਕਿਉਂਕਿ ਅਨੁਸੂਚਿਤ ਜਾਤੀਆਂ ਵਾਲੀ ਰਾਜਨੀਤੀ ਵੀ ਬੜੀ ਅੱਗੇ ਵਧਾਈ ਜਾ ਰਹੀ ਹੈ। ਸੋ ਮੈਨੂੰ ਇਹ ਸਾਰੇ ਨੂੰ ਘੁਮਾ ਕੇ ਦੱਸਿਓ ਕਿ ਕੋਈ ਕਿਧਰੇ ਕੋਈ ਗੋਟੀਆਂ ਫਿੱਟ ਹੋ ਸਕਦੀਆਂ, ਬੀਜੇਪੀ ਨੂੰ ਲਾਭ ਮਿਲਦਾ ਦਿਸਦਾ ਜੇ ਕੁਝ ਮਸਲੇ ਹੱਲ ਕਰਕੇ ਉਹ ਆਉਂਦੇ ਆ ਤਾਂ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਤਾਂ ਪਹਿਲਾਂ ਵੀ ਕਿਹਾ ਇਹ ਹਰਿਆਣੇ ਵਾਲਾ ਸਿਸਟਮ ਹੈ ਕਿ ਜਿਹੜੀ ਕਿਸਾਨੀ ਵੋਟ ਹੈ ਉਹਨੂੰ ਜਾਟ ਨੌਨ ਜਾਟ ਉਹਦੇ 'ਚ ਤਰੇੜਾਂ ਪਾ ਦਿਓ, 2-3 ਪਾਰਟੀਆਂ ਚਲੀ ਜਾਵੇ। ਕੁਝ ਜਾਟ ਵੋਟ ਉੱਥੇ ਚੌਥਾਲਿਆਂ ਕੋਲ ਚਲੀ ਗਈ ਸੀ, ਕੁਝ ਕਾਂਗਰਸ ਨੂੰ ਚਲੀ ਗਈ, ਥੋੜੀ ਮੋਟੀ ਬੀਜੇਪੀ ਨੂੰ ਆਈ, ਤੇ ਇਹਨਾਂ ਨੇ ਜੀਟੀ ਰੋਡ ਤੇ ਜਿਹੜੀ ਨੌਨ ਜਾਟ ਵੋਟ ਸੀ ਉਹਨੂੰ ਇਕੱਠੀ ਕਰਕੇ ਪਹਿਲੀ ਵਾਰ ਤਾਂ ਇਲੈਕਸ਼ਨ ਬਣਾ ਲਈ, ਦੂਜੀ ਵਾਰ ਤਾਂ ਖੈਰ ਭੰਨ ਤੋੜ ਕੇ ਬਣੀ ਹੈ ਇਹਨਾਂ ਦੀ। ਇਸ ਕਰਕੇ ਪੰਜਾਬ ਦੇ ਵਿੱਚ ਇਹ ਕੋਸ਼ਿਸ਼ ਇਹ ਕਰਨਗੇ। ਲੇਕਿਨ ਪੰਜਾਬ ਦੇ ਵਿੱਚ ਇਹ ਦੋ ਚੀਜ਼ਾਂ ਹੈ। ਇੱਕ ਤਾਂ ਪੰਜਾਬ ਦਾ ਹਿੰਦੂ ਆਰਿਆ ਸਮਾਜ ਨਾਲ ਜ਼ਿਆਦਾ ਜੁੜਿਆ ਹੋਇਆ ਸੀਗਾ। ਉਹ ਜੇ ਤੁਸੀਂ ਦੇਖੋ ਰਾਮ ਮੰਦਰ ਅੰਦੋਲਨ 'ਚ ਵੀ ਪੰਜਾਬ ਤੋਂ ਜੱਥੇ ਨਹੀਂ ਗਏ ਇੰਨੇ ਜਿੰਨੇ ਹੋਰ ਜਗ੍ਹਾ ਤੋਂ ਗਏ ਨੇ। ਸੋ ਪੰਜਾਬ 'ਚ ਜਿਹੜਾ ਹਿੰਦੂ ਹੈ ਉਹਦੀ ਥੋੜੀ ਜਿਹੀ ਹੋਰ ਸੋਚ ਹੈ। ਦੂਜੀ, ਪੰਜਾਬ ਦਾ ਹਿੰਦੂ ਹਮੇਸ਼ਾ ਕਾਂਗਰਸ ਨਾਲ ਜੁੜਿਆ ਹੋਇਆ ਸੀ। ਇਹੀ ਤਾਂ ਕਾਂਗਰਸ ਦੀ ਪੋਲਿਟਿਕਸ ਰਹੀ ਹੈ ਪੁਰਾਣੀ ਕਿ ਜਿੰਨਾ ਤੁਸੀਂ ਸਿੱਖਾਂ ਨੂੰ ਦੱਬੋਗੇ ਹਿੰਦੂ ਤੁਹਾਡੇ ਨਾਲ ਰਹੇਗਾ। ਉਹ ਇਹਨਾਂ ਨੂੰ ਪਤਾ ਹੈ ਕੈਪਟਨ ਸਾਹਿਬ ਨੂੰ। ਹੁਣ ਉਸ ਚੀਜ਼ ਤੇ ਬੀਜੇਪੀ ਤੇ ਕੈਪਟਨ ਸਾਹਿਬ ਇਕੱਠੇ ਨੇ। ਹੁਣ ਹਿੰਦੂ ਨੂੰ ਸੁਰੱਖਿਆ ਕਹਿ ਕੇ ਤੁਸੀਂ ਭੜਕਾਓ ਕਿ ਉਹ ਭੜਕੇਗਾ, ਲੇਕਿਨ ਛੋਟੇ ਸ਼ਹਿਰ ਦਾ ਜਿਹੜਾ ਹਿੰਦੂ ਹੈ ਉਹਦੇ ਤੇ ਕਿਸਾਨੀ ਅੰਦੋਲਨ ਦਾ ਵੀ ਅਸਰ ਪੈ ਰਿਹਾ, ਉਹ ਕਿਸਾਨੀਅਤ ਨਾਲ ਜੁੜਿਆ ਹੋਇਆ। ਤਾਂ ਇਸ ਕਰਕੇ ਵੱਡੇ ਸ਼ਹਿਰਾਂ 'ਚ ਤਾਂ ਹੋ ਸਕਦਾ ਇਹਦਾ ਅਸਰ ਹੋਵੇ। ਉਧਰ ਤਾਂ ਹੈ ਹੀ ਹੈ, ਗੁਰਦਾਸਪੁਰ, ਹੁਸ਼ਿਆਰਪੁਰ ਕਨੀ, ਅੰਮ੍ਰਿਤਸਰ 'ਚ ਹੋਏਗਾ, ਥੋੜਾ ਲੁਧਿਆਣੇ 'ਚ ਹੋਏਗਾ, ਜਲੰਧਰ 'ਚ ਹੋਏਗਾ। ਲੇਕਿਨ ਜੇ ਤੁਸੀਂ ਛੋਟੇ ਸ਼ਹਿਰ ਮੋਗੇ ਚਲੇ ਜਾਓ, ਤੁਸੀਂ ਬਰਨਾਲੇ ਚਲੇ ਜਾਓ, ਉੱਥੇ ਵਾਲਾ ਹਿੰਦੂ ਇੱਕ ਤਰ੍ਹਾਂ ਨਾਲ ਜਟਿਆਇਆ ਹੋਇਆ ਕਿਉਂਕਿ ਉਹ ਕਿਸਾਨ ਦੇ ਨਾਲ ਜੁੜਿਆ ਹੋਇਆ। ਉਹਦੀ ਇਕਨੋਮੀ, ਉਹਦੀਆਂ ਦੁਕਾਨਾਂ, ਉਹਦੀ ਤਜਾਰਤ ਕਿਸਾਨ ਨਾਲ ਜੁੜੀ ਹੋਈ ਹੈ। ਫਾਜ਼ਿਲਕਾ ਚਲੇ ਜਾਓ, ਹੋਰ ਜਗ੍ਹਾ ਚਲੇ ਜਾਓ। ਸੋ ਤੁਸੀਂ ਇੱਕਦਮ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਗਿਣ ਸਕਦੇ, ਲੇਕਿਨ ਇਹਨਾਂ ਨੂੰ ਵੀ ਇਹੀ ਜਿਹੀ ਪ੍ਰੋਜੈਕਸ਼ਨ ਕਰਨੀ ਪਏਗੀ, ਭਾਵੇਂ ਕਾਂਗਰਸ ਹੋਵੇ ਜਾਂ ਜੇ ਕੋਈ ਹੋਰ ਵੀ ਧੜਾ ਖੜਾ ਹੁੰਦਾ ਹੈ, ਕਿ ਇਹ ਸੁਰੱਖਿਆ ਦੀ ਗੱਲ ਕਰਦੇ, ਸਾਨੂੰ ਜ਼ਿਆਦਾ ਪਤਾ ਹੈ ਸੁਰੱਖਿਆ ਦਾ। ਇਸ ਕਰਕੇ ਮੈਂ ਕਹਿੰਦਾ ਚੰਨੀ ਸਾਹਿਬ ਨੇ ਗਲਤੀ ਕੀਤੀ ਹੈ। ਇਹਨਾਂ ਨੂੰ ਇੱਕਦਮ ਹੀ ਇਨਕੁਆਇਰੀ ਸ਼ੁਰੂ ਕਰ ਦੇਣੀ ਚਾਹੀਦੀ ਸੀ ਇਸ ਚੀਜ਼ ਤੇ। ਆ ਜਿਹੜੀ ਨਿਹੰਗਾਂ ਵਾਲੀ ਗੱਲ ਹੋਈ ਹੈ, ਜਦੋਂ ਉਹਨਾਂ ਦਾ ਟੱਬਰ ਕਹਿ ਰਿਹਾ ਹੈ, ਇਹ ਹੱਥ ਤੇ ਹੱਥ ਰੱਖ ਕੇ ਬੈਠੇ ਹੈ। ਇਹਦੀ ਨਿਯੁਕਤੀ ਕਰਤੀ, ਨਵਾਂ ਪੀਪੀਐਸਸੀ ਦਾ ਚੇਅਰਮੈਨ ਲਾਤਾ, ਉਹ ਵੀ ਜਾਤਵਾਦੀ, ਦੂਜੇਵਾਦੀ, ਫਲਾਣੇ ਨੂੰ ਬੈਕਵਰਡ ਲਾ ਦੋ, ਫਾਰਵਰਡ ਲਾ ਦੋ, ਇਹਦੇ 'ਚ ਲੱਗੇ ਹੋਏ ਆ। ਇਹਨਾਂ ਨੂੰ ਚਲਾਣੀ ਜਾਂਦੀ ਆਪਣੀ ਸਰਕਾਰ। ਕੁਝ ਸਿੱਧੂ ਸਾਹਿਬ ਇਹਨਾਂ ਨੂੰ ਚੱਲਣ ਨਹੀਂ ਦਿੰਦੇ, ਰੋਜ਼ ਨੁਕਤਾਚੀਨੀ, 18 ਮੁੱਦਿਆਂ ਤੋਂ 13 ਕਰਤੇ, ਕਦੇ ਕੁਝ ਕਰਤਾ, ਕਦੇ ਕੁਝ ਕਰਤਾ।
ਇਹ ਸਰਕਾਰ ਦੇ ਦਿਨ ਜਾ ਰਹੇ ਖਤਮ ਹੋਈ। ਜੇ ਖੜੇ ਰਹਿਣਗੇ ਤਾਂ ਕੈਪਟਨ ਸਾਹਿਬ ਇਹਦਾ ਫਾਇਦਾ ਉਠਾਣਗੇ। ਲੋਕ ਭੁੱਲ ਜਾਂਦੇ ਆ ਉਹਨਾਂ ਦੀ ਕੋਈ, ਉਹ ਕਹਿਣਗੇ ਯਾਰ ਇਹਨਾਂ ਨਾਲੋਂ ਤਾਂ ਉਹੀ ਚੰਗੇ ਸੀ, ਇਹਨਾਂ ਤੋਂ ਤਾਂ ਚੱਲ ਹੀ ਨਹੀਂ ਰਹੀ ਸਰਕਾਰ। ਨਹੀਂ, ਹੁਣ ਤਾਂ ਹੀ ਇਹਨਾਂ ਨੇ ਡੱਕ ਕੇ ਅੰਦਰ ਦਿੱਤੇ ਹੁੰਦੇ ਬੰਦੇ ਉੱਥੇ, ਕਹਿਣ ਜੀ ਪਤਾ ਕਰਨ ਕੌਣ ਲੈ ਕੇ ਗਿਆ ਇਹਨੂੰ। ਲੈ ਕੇ ਤਾਂ ਪੰਜਾਬ ਚੋਂ ਹੀ ਗਿਆ ਨਾ। ਤੁਹਾਡੇ ਕੋਲ ਉੱਥੇ ਇੰਟੈਲੀਜੈਂਸ ਹੋਣੀ ਹੈ, ਤੁਹਾਡੇ ਕੋਲ ਜਗ੍ਹਾ ਜਗ੍ਹਾ ਸੜਕਾਂ ਤੇ ਗਿਆ, GT ਰੋਡ ਤੇ ਕੈਮਰੇ ਲੱਗੇ ਆ, ਪਤਾ ਲੱਗ ਜਾਏ ਕਿਹਦੀ ਗੱਡੀ 'ਚ ਗਿਆ। ਪੰਜਾਬ ਸਰਕਾਰ ਨੂੰ ਪਤਾ ਹੀ ਕੋਈ ਨਹੀਂ, ਬੈਠੇ ਆਪਣੇ ਹੱਥ ਤੇ ਹੱਥ ਰੱਖੀ। ਤਾਂ ਇਸ ਕਰਕੇ ਜੇ ਇਹ ਗਵਰਨੈਂਸ ਨਹੀਂ ਕਰਨਗੇ ਚੰਨੀ ਸਾਹਿਬ, ਜੇ ਕੋਈ ਇਹੋ ਜਿਹਾ ਅੱਗੇ ਚਿਹਰਾ ਨਹੀਂ ਆਏਗਾ ਜਿਹੜਾ ਲੋਕਾਂ ਨੂੰ ਲੱਗੇ ਵੀ ਇਹ ਚਲਾ ਸਕਦਾ ਹੈ, ਇਹ ਕੈਪਟਨ ਸਾਹਿਬ ਤਾਂ ਐਵੇਂ ਫੇਲ ਕੰਮ ਹੈ, ਐਵੇਂ ਹੁਣ ਇਹ ਤੇ BJP ਲੜ ਕੇ ਰੌਲਾ ਪਾ ਰਿਹਾ ਹੈ, ਲੇਕਿਨ ਇਹ ਬੰਦੇ। ਸੋ ਇਸ ਕਰਕੇ ਸੋਚਣਾ ਪਏਗਾ ਅਕਾਲੀ ਦਲ ਦੇ ਵੀ ਜਿਹੜੇ ਧੜੇ ਟੁੱਟੇ ਹੋਏ ਆ ਉਹਨਾਂ ਨੂੰ, ਜਿਹੜੇ ਬੰਦੇ ਇਸ ਵੇਲੇ ਆਪ ਜਾਂ ਦੂਜੇ ਪਾਰਟੀਆਂ 'ਚ ਜੁੜੇ ਹੋਏ ਆ ਉਹਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਐਸੇ ਬੰਦਿਆਂ ਨੂੰ ਇਕੱਠੇ ਕਰ ਸਕਦੇ ਹਾਂ, ਕਿ ਐਸੇ ਚਿਹਰੇ ਅੱਗੇ ਲਿਆ ਸਕਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਪੰਜਾਬ ਕਹੇ ਬਈ ਭਾਈ ਇਹ ਕੰਮ ਕਰਨਗੇ, ਇਹ ਪੰਜਾਬ ਨਾਲ ਜੁੜੇ ਹੋਏ ਨੇ, ਇਹਨਾਂ ਕੋਲ ਤਜਰਬਾ ਵੀ ਹੈ। ਤਾਂ ਇਸ ਕਰਕੇ ਕੈਪਟਨ ਸਾਹਿਬ ਦੀਆਂ ਇਹ ਜਿਹੜੀਆਂ ਸ਼ੇਖ ਚਲੀ ਵਾਲੀਆਂ ਗੱਲਾਂ ਇਹਨਾਂ 'ਚ ਨਾ ਆਉਣ। ਇਹ ਭੜਕਾਊ ਪ੍ਰਚਾਰ 'ਚ ਮਿਲ ਗਏ ਨੇ BJP ਦੇ ਨਾਲ, ਉਹੀ ਕੰਮ ਕਰਨ ਲੱਗ ਗਏ ਨੇ ਜਿਹੜਾ BJP ਕਰਦੀ ਸੀ, ਜਿਹੜਾ ਕਾਂਗਰਸ ਇੰਦਰਾ ਗਾਂਧੀ ਵੇਲੇ ਕਰਦੀ ਰਹੀ ਹੈ, ਕਿ ਡਰਾ ਕੇ ਰੱਖੋ ਪੰਜਾਬ ਦੇ ਲੋਕਾਂ ਨੂੰ, ਕਹੋ ਜੀ ਅਸੀਂ ਹੀ ਬਚਾ ਸਕਦੇ ਹਾਂ ਤੁਹਾਨੂੰ ਤਾਂ ਕਿ ਹਿੰਦੂ ਵੋਟ ਆ ਜਾਏ। ਇਹਦਾ ਨੁਕਸਾਨ ਹੋਇਆ ਪੰਜਾਬ ਨੂੰ, ਔਰ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਇਹ ਨੁਕਸਾਨ ਦੁਬਾਰਾ BJP ਦੇ ਵੱਲੋਂ ਨਾ ਕਰਨ ਦੇਣ। ਰੋਕਣ ਦੀ ਜਗ੍ਹਾ ਇਹਨਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ, ਬਹੁਤ ਆਦਰ ਮਾਨ ਦਿੱਤਾ ਹੈ, ਤੇ ਹੁਣ ਇਹ ਸਿਰਫ ਆਪਣੇ ਬਦਲੇ 'ਚ ਆ ਕੇ ਪੰਜਾਬ ਦਾ ਨੁਕਸਾਨ ਨਾ ਕਰਨ। ਮੈਨੂੰ ਸਰਦਾਰ ਸਾਹਿਬ ਆਖਰੀ ਸਵਾਲ ਇਹ ਕਰਨਾ ਹੈ ਤੁਹਾਨੂੰ, ਪੰਜਾਬ ਦੇ ਵਿੱਚ ਆਉਂਦੇ ਦਿਨੀ ਲਟਕਵੀਂ ਵਿਧਾਨ ਸਭਾ ਦੇਖ ਰਹੇ ਹਾਂ ਅਸੀਂ, ਹੰਗ ਅਸੈਂਬਲੀ ਦੇਖ ਰਹੇ ਹਾਂ, ਤੁਹਾਡੀ ਇਹਦੇ ਤੇ ਟਿੱਪਣੀ ਮੈਂ ਚਾਹੂੰਗਾ ਕਿ ਜਿੰਨੀਆਂ ਹੁਣ ਧਿਰਾਂ ਨੇ ਜਾਂ ਜੇ ਕੋਈ ਚੌਥੀ ਆ ਵੀ ਜਾਂਦੀ ਆ ਤੇ ਦ੍ਰਿਸ਼ ਕਿਹੋ ਜਿਹਾ ਰਹੂਗਾ ਇਹ, ਕਿਉਂਕਿ ਤੁਹਾਡੀ ਦੂਰਦਰਸ਼ੀ ਨਜ਼ਰ ਹੈ, ਦੂਰਾਂਦੇਸ਼ੀ ਤੁਸੀਂ ਰੱਖਦੇ ਹੋ, ਮੈਨੂੰ ਦੱਸਿਓ ਇਸ ਵਾਰੀ ਪੂਰਨ ਬਹੁਮਤ ਮਿਲਦਾ ਕਿਸੇ ਨੂੰ ਦਿਸਦਾ? ਦੇਖੋ ਜੇ ਕੈਪਟਨ ਸਾਹਿਬ ਤੇ BJP ਖੜੇ ਹੋ ਜਾਂਦੇ ਆ ਫਿਰ ਤਾਂ ਮੁਸ਼ਕਿਲ ਲੱਗਦਾ ਹੈ, ਕਿਉਂਕਿ ਇਹਦਾ ਸਾਰਿਆਂ ਤੋਂ ਜ਼ਿਆਦਾ ਅਸਰ ਮੈਨੂੰ ਲੱਗਦਾ ਪਏਗਾ ਇਹਦੇ ਤੇ ਕਾਂਗਰਸ ਤੇ, ਕਿਉਂਕਿ ਉਹਦੀ ਹਿੰਦੂ ਵੋਟ ਕਿਸ ਪਾਸੇ ਜਾਂਦੀ ਕਾਂਗਰਸ ਦੀ ਸਾਨੂੰ ਪਤਾ ਨਹੀਂ। ਫਿਰ ਇੱਕ ਚੀਜ਼ ਜਿਹੜਾ ਕੋਈ ਧਿਆਨ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ, ਕਹਿੰਦੇ ਜੀ ਤੀਜਾ ਹਿੱਸਾ ਦਲਿਤ ਵੋਟ ਹੈ, ਸ਼ਡਿਊਲ ਕਾਸਟ ਦੀ ਵੋਟ ਹੈ, ਉਹਦੇ ਚੋਂ ਕਾਫੀ ਕਨਵਰਟ ਹੋ ਗਏ ਨੇ ਕ੍ਰਿਸਚੀਅਨਸ 'ਚ। ਮੈਨੂੰ ਕੋਈ ਕ੍ਰਿਸਚੀਅਨ ਦਾ ਲੀਡਰ ਮਿਲਿਆ ਸੀ, ਉਹ ਕਹਿੰਦੇ ਜੀ ਸਾਡੇ 34 ਲੱਖ ਬੰਦੇ ਹੈ। ਹੁਣ ਪਤਾ ਨਹੀਂ ਉਹ ਠੀਕ ਹੈ, ਇਹ ਜਿਹੜੀ ਗਿਣਤੀ ਉਹਨਾਂ ਦੀ ਠੀਕ ਹੈ ਜਾਂ ਨਹੀਂ ਠੀਕ, ਲੇਕਿਨ ਦੇਖਣ 'ਚ ਆਉਂਦਾ ਸ਼ਾਇਦ ਉੱਤੋਂ ਉਹ ਕਹਿੰਦੇ ਆ ਜੀ ਅਸੀਂ ਉਸ ਪਾਸੇ ਆਏ ਕਿਉਂਕਿ ਤੁਹਾਨੂੰ ਰਿਜ਼ਰਵੇਸ਼ਨ ਮਿਲਦੀ ਹੈ, ਲੇਕਿਨ ਉਹ ਐਤਵਾਰ ਨੂੰ ਤੁਹਾਨੂੰ ਉੱਥੇ ਖੜੇ ਹੋਏ ਨਜ਼ਰ ਆਉਂਦੇ ਆ ਜਿੱਥੇ ਸੰਗਠਨ ਹੈ ਕ੍ਰਿਸਚੀਅਨਸ ਦਾ, ਉਹ ਕਿੱਧਰ ਵੋਟ ਪਾਣਗੇ ਸਾਨੂੰ ਪਤਾ ਨਹੀਂ। ਸੋ ਇਸ ਕਰਕੇ ਇਕੱਠਾ ਗਿਣ ਲੈਣਾ ਕਿ 33% ਚੋਂ 20% ਇੱਕ ਪਾਸੇ ਚਲੇ ਜਾਏਗੀ, ਸਾਨੂੰ ਨਹੀਂ ਪਤਾ ਇਹ ਹੋਏਗਾ ਨਹੀਂ ਹੋਏਗਾ। ਫਿਰ ਕਿਸਾਨੀ ਅੰਦੋਲਨ 'ਚੋਂ ਕੀ ਨਿਕਲ ਕੇ ਆਉਂਦਾ, ਜੇ ਉਹ ਰਿਜੈਕਟ ਕਰ ਦਿੰਦੇ ਆ, ਉਹ ਕਹਿੰਦੇ ਆ ਕਿ ਨਹੀਂ ਅਸੀਂ ਮੰਨਦੇ, ਫਿਰ ਤਾਂ ਫੇਲ ਹੈ, ਕੈਪਟਨ ਸਾਹਿਬ ਦਾ ਫਰੰਟ ਫੇਲ ਹੈ। ਜੇ ਕਿਸਾਨ ਇਕੱਠੇ ਰਹਿੰਦੇ ਹੈ ਔਰ ਕੋਈ ਫੈਸਲਾ ਨਹੀਂ ਹੁੰਦਾ ਔਰ ਉਹ ਉਲਟਾ ਕਹਿ ਦਿੰਦੇ ਆ ਅਸੀਂ ਇਹਨਾਂ ਦੇ ਉੱਤੇ ਨਹੀਂ, ਅਸੀਂ ਆ ਕੋਈ ਪੰਜਵੇਂ ਬੰਦੇ ਤੇ ਹੱਥ ਰੱਖਦੇ ਹਾਂ, ਫਿਰ ਸਫਾਇਆ ਹੋ ਗਿਆ ਕੈਪਟਨ ਸਾਹਿਬ ਦਾ, BJP ਦਾ ਵੀ ਹੋ ਜਾਏਗਾ, ਕੈਪਟਨ ਸਾਹਿਬ ਦਾ ਵੀ ਹੋ ਜਾਏਗਾ। ਜੇ ਉਹਦੇ ਚੋਂ ਤੋੜ ਲੇ ਇੱਕ ਦੋ ਬੰਦੇ ਕਹਿਣ ਜੀ ਕੈਪਟਨ ਸਾਹਿਬ ਬਿਲਕੁਲ ਠੀਕ ਹੈ, ਫਿਰ ਕੈਪਟਨ ਸਾਹਿਬ ਦਾ ਧੜਾ ਤਕੜਾ ਹੋ ਜਾਂਦਾ ਹੈ ਉਹਦੇ ਨਾਲ, ਕਿਉਂਕਿ ਕਿਸਾਨ ਵੀ ਕੁਝ ਜੁੜਨਗੇ, ਸਾਰੇ ਨਹੀਂ ਜੁੜਨਗੇ, ਕੁਝ ਜੁੜਨਗੇ, ਫਿਰ ਉਹਦੇ ਨਾਲ ਨੁਕਸਾਨ ਅਕਾਲੀ ਦਲ ਨੂੰ, ਕਾਂਗਰਸ ਨੂੰ, ਦੋਨਾਂ ਨੂੰ ਹੋਏਗਾ। ਇਹਦੇ 'ਚ ਆਪ ਵੀ ਫਸ ਜਾਂਦੀ ਹੈ ਕਿਉਂਕਿ ਆਪ ਕੋਲ ਤਾਂ ਲੀਡਰ ਹੀ ਹੈ ਨਹੀਂ। ਹੁਣ ਇਸ ਲੈਵਲ ਦਾ ਲੀਡਰ ਦੁਬਾਰਾ ਖੜਾ ਹੋ ਗਿਆ, ਉਹ ਕਹਿਣਗੇ ਇਹਨਾਂ ਕੋਲ ਤਾਂ ਬੰਦਾ ਹੀ ਕੋਈ ਨਹੀਂ, ਇਹ ਕਿੱਥੋਂ ਖੜੇ ਹੁੰਦੇ ਆ। ਆਪ ਨੂੰ ਧੱਕਾ ਲੱਗੇਗਾ, ਕੁਝ ਤਾਂ ਚੰਨੀ ਸਾਹਿਬ ਆਉਣ ਨਾਲ ਧੱਕਾ ਲੱਗਿਆ, ਕੁਝ ਇਹਦੇ ਨਾਲ ਧੱਕਾ ਲੱਗੇਗਾ, ਉਹ ਬਿਖਰ ਜਾਣਾ, ਕਿਉਂਕਿ ਉਹਨਾਂ ਦਾ ਜਿਹੜਾ ਕਾਡਰ ਹੈ, ਮੈਂ ਇਹੀ ਕਹਿਣਾ ਉਹਨਾਂ ਕੋਲ ਜਰਨੈਲ ਨੇ, ਮੈਕਸਿਮਮ ਬ੍ਰਿਗੇਡੀਅਰ ਤਾਂ ਹੀ ਹੈ, ਬ੍ਰਿਗੇਡੀਅਰ ਮਾਨ ਸਾਹਿਬ ਆਫ ਸੰਗਰੂਰ, ਤਾਂ ਉਹ ਬ੍ਰਿਗੇਡੀਅਰ ਤੋਂ ਥੱਲੇ ਬੰਦਾ ਹੀ ਕੋਈ ਨਹੀਂ ਹੈ, ਬਾਕੀ ਫੌਜ ਹੀ ਹੈ। ਜਿਵੇਂ ਰਣਜੀਤ ਸਿੰਘ ਦੀ ਫੌਜ ਸੀ, ਰਣਜੀਤ ਸਿੰਘ ਦੇ ਮਰਨ ਦੇ ਬਾਅਦ ਹਰੇਕ ਬੰਦਾ ਹੀ ਉਹਦੇ 'ਚ ਅਫਸਰ ਹੈ। ਇਸ ਕਰਕੇ ਉਹ ਇੱਕ ਤਰ੍ਹਾਂ ਦਾ ਸੰਗਠਨ ਜਾਂ ਇਕੱਠ ਹੈ, ਮੂਵਮੈਂਟ ਹੈ, ਉਹਦੇ 'ਚੋਂ ਬੰਦੇ ਕਿਧਰੇ ਵੀ ਜਾ ਸਕਦੇ ਆ, ਜਿੱਥੇ ਉਹਨਾਂ ਨੂੰ ਚੰਗਾ ਲੱਗੂਗਾ ਉਹ ਛੱਡ ਕੇ ਛਾਲਾਂ ਮਾਰਨੀਆਂ ਉਧਰ ਸ਼ੁਰੂ ਕਰ ਦੇਣਗੇ। ਉਹਨਾਂ ਨੇ ਤਾਂ ਅੱਗੇ ਨੂੰ ਜਾਣਾ ਹੈ, ਨਵੀਂ ਗੱਡੀ ਉਹਨਾਂ ਨੂੰ ਤੇਜ਼ ਜਾਂਦੀ ਦਿਸੀ ਉਹ ਤੇ ਚੜ ਜਾਣਗੇ। ਤਾਂ ਇਸ ਕਰਕੇ ਬਹੁਤ ਅੰਗਰੇਜ਼ੀ 'ਚ ਕਹਿੰਦੇ ਫਲੂਇਡ ਹੈ ਆ ਜਿਹੜੇ ਹਾਲਾਤ ਹੁਣ ਨੇ, ਇਹਦੇ 'ਚ ਕਿਧਰੇ ਵੀ ਆ ਸਕਦਾ ਹੈ। ਪਰ ਗੱਲ ਉੱਥੇ ਮੁੱਕਦੀ ਹੈ ਕਿ ਕਿਸਾਨ ਮੰਨਣਗੇ ਨਹੀਂ ਮੰਨਣਗੇ, ਕੁਝ ਧੜੇ ਮੰਨਣਗੇ, ਕੁਝ ਨਹੀਂ ਮੰਨਣਗੇ, ਜਾਂ ਬਿਲਕੁਲ ਨਹੀਂ ਮੰਨਣਗੇ। ਇਹ ਤਿੰਨ ਚੀਜ਼ਾਂ ਤੇ ਨਿਰਭਰ ਰਹੇਗਾ ਪੰਜਾਬ ਦੀ ਸਿਆਸਤ ਕਿੱਧਰ ਜਾਂਦੀ ਹੈ।
ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਆਮ ਆਦਮੀ ਪਾਰਟੀ ਸੱਚਮੁੱਚ ਜੇਕਰ ਸਮੇਂ ਸਿਰ ਫੈਸਲਾ ਨਹੀਂ ਲੈਂਦੀ, ਕਿਉਂਕਿ ਸਮਾਂ ਤਾਂ ਹੁਣ ਨਿਕਲ ਹੀ ਚੱਕਿਆ ਜ਼ਿਆਦਾ, ਔਰ ਜੇ ਅਜੇ ਤੱਕ ਵੀ ਉਹ ਫੈਸਲਾ ਨਹੀਂ ਕਰ ਪਾਏ ਤੇ ਉਹ ਵੱਡੇ ਨੁਕਸਾਨ ਵੱਲ ਆ। ਜਿਹੜੀ ਇੱਕ ਖੜਾ ਭਰਨੀ ਸੀ ਉਹਨਾਂ ਨੇ, ਜਿਹੜਾ ਵੈਕਿਊਮ ਉਹਨਾਂ ਨੇ ਫਿਲ ਕਰਨਾ ਸੀ, ਉੱਥੋਂ ਸ਼ਾਇਦ ਉਹ ਖੁੰਝ ਚੁੱਕਿਆ। ਹੁਣ ਇਹ ਲੜਾਈ ਜਿਵੇਂ ਤੁਸੀਂ ਦੱਸਿਆ ਦਿਲਚਸਪ ਦੌਰ 'ਚ ਦਾਖਲ ਹੋ ਗਈ। ਮੈਨੂੰ ਲੱਗਦਾ ਤੁਹਾਡੀ ਵੀ ਭੂਮਿਕਾ ਵੱਡੀ ਹੋਣ ਵਾਲੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।